ओके भाई, तो शुरू करते हैं। ਅੱਜ ਆਪਾਂ ਸਮਝਣਾ ਵਾ ਟਰੂ ਫਾਲਸ ਨਾਟ ਗਿਵਨ ਕਿਵੇਂ ਕਰਨਾ। ਸਪੈਸੀਫਿਕਲੀ ਆਪਾਂ ਧਿਆਨ ਦੇਣਾ ਵਾ ਕਿ ਫਾਲਸ ਤੇ ਨਾਟ ਗਿਵਨ ਦੇ ਵਿੱਚ ਫਰਕ ਕਿਵੇਂ ਕਰੀ। ਕਲੀਅਰ ਹੈ। ਟਰੂ ਫਾਲਸ ਨਾਟ ਗਿਵਨ ਨੂੰ ਸਮਝਣ ਲਈ ਨਾ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਤੁਸੀਂ ਕੁਐਸਚਨ ਧਿਆਨ ਨਾਲ ਪੜ੍ਹਨਾ। ਪੈਸੇ ਤੇ ਪੜ੍ਹਨਾ ਹੀ ਪੜ੍ਹਨਾ, ਪਰ ਕੁਐਸਚਨ ਧਿਆਨ ਨਾਲ ਪੜ੍ਹਨਾ ਜ਼ਿਆਦਾ ਜ਼ਰੂਰੀ। ਸਮਝੋ ਇਸ ਗੱਲ ਨੂੰ ਕਿਵੇਂ। ਆਪਾਂ ਫੋਕਸ ਕਰਨਾ ਵਾ ਤਿੰਨ ਚੀਜ਼ਾਂ ਉੱਤੇ। ਨੰਬਰ 1 ਆਪਾਂ ਫੋਕਸ ਕਰਨਾ ਵਾ ਐਡਜੈਕਟਿਵਸ ਤੇ ਵਰਬਸ ਤੇ। ਆਪਾਂ ਫੋਕਸ ਕਰਨਾ ਕੋਈ ਵੀ ਇਹੋ ਜਿਹਾ ਵਰਡ ਆ ਜਾਏ ਆਪਣੇ ਕੋਲ, ਮੋਰ, ਸਲਾਈਟ, ਫਿਊ, ਲਿਟਲ, ਇਹੋ ਜਿਹੇ ਵਰਡਸ ਉੱਤੇ ਆਪਾਂ ਜ਼ਿਆਦਾਤਰ ਫੋਕਸ ਕਰਨਾ। ਲਾਰਜਰ, ਸਮਾਲਰ, ਜਿੰਦੇ 'ਚ ਕੰਪੈਰੀਜ਼ਨ ਹੋ ਰਿਹਾ ਹੋਵੇ ਜਾਂ ਕੋਈ ਵੀ ਆਪਾਂ ਕਹੀਏ ਅਮਾਊਂਟ ਦੱਸਿਆ ਹੋਵੇ। ਤੀਸਰੀ ਚੀਜ਼ ਆਪਾਂ ਫੋਕਸ ਕਰਨਾ ਵਾ ਮੇ, ਕੁਡ, ਮਾਈਟ ਉੱਤੇ। ਇਹਨਾਂ ਤਿੰਨ ਚੀਜ਼ਾਂ ਉੱਤੇ ਫੋਕਸ ਕਰਕੇ ਆਪਾਂ ਆਪਣੇ ਕੁਐਸਚਨਸ ਨੂੰ ਪੜ੍ਹਦੇ ਹਾਂ ਤੇ ਆਪਾਂ ਨੂੰ ਆਨਸਰਸ ਮਿਲ ਜਾਂਦੇ। ਇੱਕ ਗੱਲ ਯਾਦ ਰੱਖਣੀ ਹੈ, ਟਰੂ ਫਾਲਸ ਨਾਟ ਗਿਵਨ ਦੇ ਆਨਸਰਸ ਲਾਈਨ ਵਾਈਜ਼ ਹੀ ਹੋਵੇ। ਸੋ ਜੇ ਤੁਹਾਨੂੰ 4th ਆਨਸਰ ਇੱਥੇ ਮਿਲ ਗਿਆ ਤਾਂ 5th ਥੱਲੇ ਹੋਊਗਾ, ਫਿਰ 6th ਤੋਂ ਥੱਲੇ ਹੋਊਗਾ। ਇਸ ਕਰਕੇ ਕਨਫਿਊਜ਼ਨ ਨਹੀਂ ਹੋਣੀ। ਪਹਿਲਾਂ ਥੋੜਾ ਈਜ਼ੀ ਕਰਦੇ ਹਾਂ, ਫਿਰ ਆਪਾਂ ਪੈਸੇਜ ਕਰਕੇ ਵੇਖਾਂਗੇ। ਧਿਆਨ ਦਿਓ, ਸਿਰਫ ਸਮਝਣਾ ਵਾ ਕਿ ਕੁਐਸਚਨ ਕਿਵੇਂ ਕਰਨਾ ਆਪਾਂ। ਹੁਣ ਕੁਐਸਚਨ ਵਾ ਕਿ ਟਾਸਮੇਨੀਅਨ ਡੈਵਿਲਸ ਲੁੱਕ ਫੀਅਰਸ। ਇਹਦੇ 'ਚ ਆਪਾਂ ਕੀ ਵੇਖਣਾ ਵਾ? ਆਪਾਂ ਵੇਖਣਾ ਐਡਜੈਕਟਿਵ ਕੀ ਆ। ਆਪਣਾ ਐਡਜੈਕਟਿਵ ਆ ਫੀਅਰਸ। ਫੀਅਰਸ ਦਾ ਮਤਲਬ ਆਪਾਂ ਨੂੰ ਪਤਾ ਹੁੰਦਾ ਐਗਰੈਸਿਵ, ਗੁੱਸੇ ਵਾਲਾ। ਆਪਾਂ ਬੇਸਿਕਲੀ ਲੱਭਣਾ ਕੀ ਆ? ਆਪਾਂ ਵੇਖਣਾ ਵਾ ਕਿ ਉਹ ਕਿਹੋ ਜਿਹਾ ਦਿਖਦਾ। ਆਪਾਂ ਲੱਭਣ ਦੇ ਆ ਲੁੱਕ ਵਰਗਾ ਕੋਈ ਵਰਡ, ਲੁੱਕ ਨਹੀਂ, ਲੁੱਕ ਵਰਗਾ ਕੋਈ ਵਰਡ, ਕੋਈ ਸਿਨੋਨਮ ਜਿਹੜਾ ਲੁੱਕ ਵਰਗਾ ਹੋਵੇ। ਸੋ ਆਪਾਂ ਪੜ੍ਹ ਕੇ ਵੇਖਦੇ, ਜਿਵੇਂ ਕਿ ਆਪਾਂ ਕਹਿੰਦੇ ਆ ਡਿਸਪਾਈਟ ਬੀਇੰਗ ਨੋਨ ਫॉर ਇਟਸ ਥ੍ਰੈਟਨਿੰਗ ਅਪੀਅਰੈਂਸ। ਹੁਣ ਅਪੀਅਰੈਂਸ ਆਪਣੇ ਕੋਲ ਵਰਡ ਆ ਗਿਆ, ਆਪਣੇ ਕੋਲ ਵਰਡ ਆ ਗਿਆ ਲੁੱਕ, ਤੇ ਫੀਅਰਸ ਦੀ ਜਗ੍ਹਾ ਤੇ ਉਹਨਾਂ ਨੇ ਵਰਡ ਕੀ ਦਿੱਤਾ ਆਪਣੇ ਕੋਲ? ਥ੍ਰੈਟਨਿੰਗ। ਤੇ ਆਨਸਰ ਕੀ ਹੋਣਾ ਚਾਹੀਦਾ ਆਪਣਾ? ਆਨਸਰ ਆਪਣਾ ਹੋ ਜਾਊਗਾ ਟਰੂ। ਆਪਾਂ ਬਸ ਇੰਨਾ ਵੇਖਣਾ ਵਾ ਕਿ ਆਪਣਾ ਆਨਸਰ ਕਿਹੜੀ ਚੀਜ਼ ਦੇ ਅਰਾਊਂਡ ਹੀ? ਆਪਣਾ ਆਨਸਰ ਅਰਾਊਂਡ ਹੀ ਐਡਜੈਕਟਿਵ ਦੇ। ਕਿ ਉਹ ਫੀਅਰਸ ਦਿਖਦਾ ਵਾ ਕਿ ਫੀਅਰਸ ਨਹੀਂ ਦਿਖਦਾ, ਉਹ ਥ੍ਰੈਟਨਿੰਗ ਦਿਖਦਾ ਕਿ ਥ੍ਰੈਟਨਿੰਗ ਨਹੀਂ ਦਿਖਦਾ। ਬਸ ਇਹਦੇ ਅਰਾਊਂਡ ਆਨਸਰ ਹੋਊਗਾ। ਅਗਲਾ ਕੁਐਸਚਨ ਦੇਖੋ, ਫਿਰ ਵੇਖਣਾ ਵਾ ਆਪਾਂ ਇਹਨਾਂ ਦੇ ਉੱਤੇ ਫੋਕਸ ਕਰਦੇ ਪਏ ਕਿਵੇਂ। ਡੈਵਿਲਸ ਆਰ ਡੇਂਜਰਸ ਟੂ ਹਿਊਮਨਸ। ਆਪਣਾ ਆਨਸਰ ਕਿਹੜੀ ਚੀਜ਼ ਦੇ ਅਰਾਊਂਡ ਹੋਊਗਾ? ਆਪਣਾ ਆਨਸਰ ਆਊਗਾ ਡੇਂਜਰਸ ਦੇ ਅਰਾਊਂਡ। ਕਿ ਡੈਵਿਲਸ ਖਤਰਨਾਕ ਵਾ ਕਿ ਨਹੀਂ ਖਤਰਨਾਕ ਹਿਊਮਨਸ ਦੇ ਲਈ। ਯਾਦ ਰੱਖਿਓ ਹਿਊਮਨਸ ਦਾ ਹੋਣਾ ਜ਼ਰੂਰੀ ਹੈ। ਜੇ ਮੰਨ ਲਓ ਹਿਊਮਨਸ ਦੀ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਵਿੱਚ, ਤੇ ਆਨਸਰ ਕੀ ਹੋਊਗਾ? ਨਾਟ ਗਿਵਨ ਹੋ ਜਾਊਗਾ। ਸੋ ਧਿਆਨ ਦਿਓ, ਆਪਾਂ ਵੇਖਣਾ ਵਾ ਡੇਂਜਰਸ ਵਾ ਕਿ ਨਹੀਂ ਹੈ, ਬਸ ਇੰਨਾ ਹੀ ਲੱਭਣਾ ਆਪਾਂ। ਸੋ ਪੜ੍ਹ ਕੇ ਵੇਖਦੇ। The Tasmanian devil is a timid creature that poses no threat to humans. No threat कहता। सो डेंजरस होया कि नहीं है? डेंजरस नहीं है। इत्थे लिखा वा डेंजरस वा, इत्थे लिखा नो थ्रेट, ते आंसर क्या होगा? फॉल्स। इन्ना इजी है ट्रू फॉल्स नॉट गिवन करना। फिर देखो देखो, द नंबर ऑफ डेविल्स हैज फॉलन सिग्निफिकेंटली सिंस द 1990s। ਹੁਣ ਆਪਾਂ ਵੇਖਣਾ ਵਾ ਕਿ ਉਹ ਫਾਲ ਹੋਇਆ ਕਿ ਨਹੀਂ ਹੋਇਆ। ਪਰ ਧਿਆਨ ਦਿਓ, ਇਹਨਾਂ ਉੱਤੇ ਵੀ ਧਿਆਨ ਰੱਖਣਾ। ਸਲਾਈਟਲੀ ਫਾਲ ਹੋਇਆ ਕਿ ਨਹੀਂ ਹੈ, ਉਹ ਵੀ 1990 ਚ। ਆਪਾਂ 1990s ਲੱਭਣਾ ਵਾ ਤੇ ਆਪਾਂ ਵੇਖਣਾ ਕਿ ਉਹਨਾਂ ਦਾ ਨੰਬਰ ਘਟਿਆ ਵਾ ਕਿ ਵਧਿਆ ਵਾ। ਜੇ ਤੇ ਨੰਬਰ ਘਟਿਆ ਵਾ ਤੇ ਆਨਸਰ ਹੋਊਗਾ ਟਰੂ, ਜੇ ਨੰਬਰ ਵਧਿਆ ਵਾ ਤੇ ਆਨਸਰ ਹੋਊਗਾ ਫਾਲਸ। ਸੋ ਵੇਖੋ ਆਪਾਂ ਪੜ੍ਹਦੇ ਇੱਥੇ ਆ ਗਿਆ 1990s। The devil facial tumor disease has drastically reduced the devil population। ਹੁਣ ਆਪਾਂ ਕਹੀਏ ਵੇਖੋ, ਫਾਲਨ ਆ ਗਿਆ, ਰਿਡਿਊਸਡ ਆ ਗਿਆ, ਆਨਸਰ ਕੀ ਹੋਊਗਾ? ਟਰੂ ਨਹੀਂ, ਆਨਸਰ ਹੋਊਗਾ ਫਾਲਸ। ਕਿਉਂਕਿ ਇੱਥੇ ਲਿਖਿਆ ਵਾ ਸਲਾਈਟਲੀ ਤੇ ਇੱਥੇ ਲਿਖਿਆ ਵਾ ਡਰਾਸਟਿਕਲੀ। ਇਸ ਕਰਕੇ ਇਹਨਾਂ ਵਰਡਸ ਉੱਤੇ ਫੋਕਸ ਕਰਨਾ ਜ਼ਰੂਰੀ ਹੁੰਦਾ ਵਾ। ਕਿਉਂਕਿ ਉੱਥੇ ਲਿਖਿਆ ਵਾ ਕਿ ਥੋੜਾ ਜਿਹਾ ਹੀ ਘਟਿਆ ਵਾ, ਤੇ ਉੱਥੇ ਲਿਖਤਾ ਕਿ ਬਹੁਤ ਜ਼ਿਆਦਾ ਘਟਿਆ ਵਾ। ਸੋ ਕੀ ਫਰਕ ਆ ਗਿਆ? ਫਾਲਨ ਸਲਾਈਟਲੀ ਤੇ ਰਿਡਿਊਸਡ ਡਰਾਸਟਿਕਲੀ। ਆਨਸਰ ਹੋ ਗਿਆ ਫਾਲਸ। ਤੁਸੀਂ ਜਦੋਂ ਕੁਐਸਚਨ ਲੱਭਣੇ ਇਹਨਾਂ ਦੇ ਉੱਤੇ ਫੋਕਸ ਕਰਿਆ ਕਰੋ। ਇਹਨਾਂ ਉੱਤੇ ਫੋਕਸ ਕਰੋਗੇ ਤੁਹਾਨੂੰ ਆਨਸਰ ਮਿਲੂਗੇ। ਕਿਵੇਂ? ਆ ਦੇਖੋ ਲਾਸਟ ਕੁਐਸਚਨ। DFTD ਇਜ਼ ਅ ਟ੍ਰੀਟੇਬਲ ਕੰਡੀਸ਼ਨ। DFTD ਬਿਮਾਰੀ ਜਿਹੜੀ ਉਹਨੂੰ ਟ੍ਰੀਟ ਕੀਤਾ ਜਾ ਸਕਦਾ ਵਾ। ਆਪਾਂ ਵੇਖਣਾ ਵਾ ਕਿ ਟ੍ਰੀਟੇਬਲ ਵਾ ਕਿ ਟ੍ਰੀਟੇਬਲ ਨਹੀਂ ਹੈ। ਮਤਲਬ ਇਹਦਾ ਇਲਾਜ ਕੀਤਾ ਜਾ ਸਕਦਾ ਵਾ ਕਿ ਇਲਾਜ ਨਹੀਂ ਕੀਤਾ ਜਾ ਸਕਦਾ। ਵੇਖਿਓ ਧਿਆਨ ਦਿਓ, ਆਪਾਂ ਪੜ੍ਹਦੇ। The devil facial tumor disease (DFTD) has drastically reduced the devil population and now threatens the survival of species which in 2008 was declared to be endangered। ਕਿਤੇ ਵੀ ਟ੍ਰੀਟਮੈਂਟ ਦੀ ਗੱਲ ਹੋਈ, ਟ੍ਰੀਟਮੈਂਟ ਦੀ ਗੱਲ ਕਿਤੇ ਨਹੀਂ ਹੋਈ, ਤੇ ਆਨਸਰ ਕੀ ਹੋਊਗਾ? ਨਾਟ ਗਿਵਨ। ਇੱਕ ਕੁਐਸਚਨ ਦਾ ਨਾਮ ਹੈ ਤੁਹਾਨੂੰ, ਉਹਨੂੰ ਤੁਸੀਂ ਕਰਕੇ ਦੇਖਿਓ ਇਸੇ ਤਰੀਕੇ ਨਾਲ। ਹੁਣ ਆਹ ਕੁਐਸਚਨ ਵੇਖੋ ਇੱਕ ਵਾਰ, ਇਹਦੇ 'ਚ ਆਪਣਾ ਵਰਡ ਕੀ ਹੋਊਗਾ? ਧਿਆਨ ਦਿਓ। ਟਾਸਮੇਨੀਅਨ ਡੈਵਿਲਸ ਓਨਲੀ ਈਟ ਫੂਡ ਦੈਟ ਦੇ ਕਿਲ ਦੈਮਸੈਲਸ। ਓਨਲੀ ਉੱਤੇ ਧਿਆਨ ਦੇਣਾ ਵਾ ਕਿ ਉਹ ਸਿਰਫ ਉਹੀ ਫੂਡ ਖਾਂਦੇ ਜਿਹੜਾ ਉਹ ਆਪ ਕਿਲ ਕਰਦੇ। ਜੇ ਤੇ ਉਹ ਸਿਰਫ ਆਪਣਾ ਕਿਲ ਕੀਤਾ ਹੋਇਆ ਫੂਡ ਖਾਂਦੇ ਆ ਤੇ ਆਨਸਰ ਕੀ ਹੈ? ਟਰੂ।
जे वो कोई होर चीज खाते हैं किल तो अलावा कुछ खाते तो आंसर वा फॉल्स। ते जे ईट फूड की गल ही नहीं की, जिन्होंने दस्या ही नहीं है कि केड़ा फूड खाते तो आंसर की होगा नॉट गिवन होगा। इस तरह आंसर लभना होंगे आप। क्लीयर है? सो वेखते हैं, पढ़ के वेखते कितने अपना आंसर होगा। आप पढ़ते हैं, ठीक है। देखो टास्मेनियन, हूँ आप जिद तक पढ़ना वा जिद तक अपने को फूड की गल नहीं है। सो देखो टास्मेनियन डेविल इज अ नॉक्टर्नल एनिमल एंड आफ्टर स्पेंडिंग इट्स डे हाइडिंग इन अ den or dense bushland it can travel up to 16 किलोमीटर by night searching for food। उन्हें कहा टास्मेनियन डेविल जिहड़ा वा वो नॉक्टर्नल एनिमल, नॉक्टर्नल का मतलब हुंदा वा जिहड़ा कि राती जागदा होवे, निशाचर। ठीक है, नॉक्टर्नल एनिमल है ते सवेरे उस तरदा वा ते राती वो 16 किलोमीटर तक जा सकदा वा फूड लभण लई। अपना आंसर आण लगा वा फूड की गल शुरू हो चुकी। ਆਪਾਂ ਇਹ ਵੇਖਣਾ ਵਾ ਕਿ ਉਹ ਕਿਲ ਕਰਕੇ ਖਾਂਦਾ ਵਾ ਕਿ ਕੁਝ ਹੋਰ ਵੀ ਖਾ ਲੈਂਦਾ। ਆਪੋ दो अ फॉर्मिडल प्रेडेटर, प्रेडेटर ਹੁੰਦਾ शिकारी, ਕਹਿੰਦਾ ਬਹੁਤ ਵਧੀਆ शिकारी ਹੈਗਾ ਵਾ। इट इज मेनली अ स्कैवेंजर फीडिंग ऑन वटएवर इज अवेलेबल। ਕਹਿੰਦੇ ਹੈਗਾ ਤੇ ਉਹ शिकारी ਆ ਪਰ ਉਹ ਮੇਨਲੀ ਇੱਕ ਸਕੈਵੇਂਜਰ ਆ ਤੇ ਜੋ ਵੀ ਮਿਲਦਾ ਵਾ ਉਹ ਖਾ ਲੈਂਦਾ। ਹੁਣ ਆਪਾਂ ਨੂੰ ਸਕੈਵੇਂਜਰ ਦਾ ਮਤਲਬ ਭਾਵੇਂ ਨਹੀਂ ਪਤਾ ਪਰ ਜੋ ਵੀ ਮਿਲਦਾ ਵਾ ਉਹ ਖਾ ਲੈਂਦਾ ਵਾ। ਇਹਦੇ ਤੋਂ ਪਤਾ ਲੱਗਦਾ ਕਿ ਆਪਣਾ ਆਨਸਰ ਕੀ ਹੋਊਗਾ, ਫਾਲਸ ਹੋਊਗਾ। क्लियर है? देखो ईट की जगह ते अपने को फीड वर्ड आ गया। ਸਕੈਵੈਂਜਰ ਕੀ ਹੁੰਦਾ ਵਾ, ਸਕੈਵੈਂਜਰ ਉਹ ਜਾਨਵਰ ਹੁੰਦੇ ਆ ਜਿਹੜੇ ਬਚੀਆਂ ਕੁਚੀਆਂ ਚੀਜ਼ਾਂ ਖਾਂਦੇ। ਸੋ ਜਿਵੇਂ ਕਿਸੇ ਜਾਨਵਰ ਨੇ ਸ਼ਿਕਾਰ ਕਰ ਲਿਆ, ਜਿਵੇਂ ਗਿੱਧ ਹੋ ਗਏ, ਗਿੱਧ ਕੀ ਆ, ਬਚੀਆਂ ਕੁਚੀਆਂ ਚੀਜ਼ਾਂ ਖਾ ਲੈਂਦੇ ਆ, ਵਲਚਰਸ। ਕਲੀਅਰ ਆ? ਉਹਨੂੰ ਆਪਾਂ ਕਹਿੰਦੇ ਸਕੈਵੈਂਜਰਸ। ਓਕੇ, ਸੋ ਕੁਝ ਕੁਐਸਚਨਸ ਵੇਖਦੇ ਆ। ਹੁਣ ਮੰਨ ਲਓ ਤੁਹਾਡੇ ਕੋਲ ਆ ਗਏ, ਇਹਨਾਂ ਨੂੰ ਇੱਕ ਵਾਰ ਖੁਦ ਕਰਕੇ ਵੇਖੋ, ਵੀਡੀਓ ਨੂੰ ਇੱਥੇ ਪੌਜ਼ ਕਰੋ ਤੇ ਇਹਨਾਂ ਨੂੰ ਖੁਦ ਕਰਨ ਦੀ ਕੋਸ਼ਿਸ਼ ਕਰੋ। ਓਕੇ, ਵੇਖਿਓ ਹੁਣ ਧਿਆਨ ਨਾਲ। Devils, question वही देखना, devils can help to limit the number of non-native pests। वही गल, devils help कर सकते verb non-native species ਨੂੰ लिमिट ਕਰਨ ਦੇ ਲਈ। ਆਪਾਂ ਵੇਖਣਾ ਵਾ ਕਿ ਉਹ ਲਿਮਿਟ ਕਰਨ ਦੇ ਵਿੱਚ ਹੈਲਪ ਕਰ ਸਕਦੇ ਕਿਨੂੰ, ਨੌਨ ਨੇਟਿਵ ਸਪੀਸ਼ੀਜ਼। ਨੌਨ ਨੇਟਿਵ ਸਪੀਸ਼ੀਜ਼ ਹੋਣਾ ਜ਼ਰੂਰੀ, ਉਹਨੂੰ ਲਿਮਿਟ ਕਰਨ 'ਚ ਹੈਲਪ ਕਰ ਸਕਦੇ ਤੇ ਆਨਸਰ ਹੋਊਗਾ ਟਰੂ। ਜੇ ਉਹਨੂੰ ਲਿਮਿਟ ਕਰਨ 'ਚ ਹੈਲਪ ਨਹੀਂ ਕਰ ਸਕਦੇ ਤੇ ਆਨਸਰ ਹੋਊਗਾ ਫਾਲਸ। ਤੇ ਜੇ ਕਿਤੇ ਲਿਮਿਟ ਕਰਨ ਦੀ ਜਾਂ ਹੈਲਪ ਕਰਨ ਦੀ ਗੱਲ ਹੀ ਨਹੀਂ ਕੀਤੀ ਤੇ ਆਨਸਰ ਕੀ ਹੋਊਗਾ, ਨਾਟ ਗਿਵਨ। ਕਲੀਅਰ ਹੈ? ਵੇਖਿਓ ਇੱਕ ਹੋਰ ਚੀਜ਼ ਮੈਂ ਕਰਦਾ ਵਾਂ ਹਮੇਸ਼ਾ ਟਰੂ ਫਾਲਸ ਨਾਟ ਗਿਵਨ ਦੇ ਵਿੱਚ ਜ਼ਰੂਰੀ ਚੀਜ਼ ਆ ਕਿ ਮੈਂ ਦੋ ਕੁਐਸਚਨਸ ਨੂੰ ਪੜ੍ਹ ਕੇ ਰੱਖਦਾ। ਦੋ ਕੁਐਸਚਨਸ ਨੂੰ ਪੜ੍ਹਨ ਦਾ ਫਾਇਦਾ ਕੀ ਹੁੰਦਾ ਵਾ ਕਿ ਇਨ ਕੇਸ ਮੰਨ ਲਓ ਆ ਆਨਸਰ ਮੇਰਾ ਨਾਟ ਗਿਵਨ ਹੋਵੇ ਤੇ ਮੇਰਾ ਅਗਲਾ ਆਨਸਰ ਆ ਜਾਊਗਾ ਤੇ ਮੈਨੂੰ ਪਤਾ ਲੱਗ ਜਾਊਗਾ ਕਿ ਮੇਰਾ ਆਨਸਰ ਨਿਕਲ ਚੁੱਕਿਆ। ਮੈਂ ਇਹ ਨਾ ਹੋਵੇ ਸ਼ਦਾਈਆਂ ਵਾਂਗੂ ਪੜ੍ਹੀ ਜਾਵਾਂ ਤੇ ਆਨਸਰ ਆਵੇ। ਦੇਖੋ ਡਿੰਗੋਜ਼ ਕੰਟਰੀਬਿਊਟਡ ਟੂ ਦ ਡਿਮਾਈਸ ਆਫ ਡੈਵਿਲਸ। ਹੁਣ ਜਿੱਥੇ ਡਿੰਗੋਜ਼ ਦੀ ਗੱਲ ਆ ਗਈ ਉੱਥੇ ਲੱਗਦਾ ਵਾ ਮੇਰਾ ਆਨਸਰ ਨਿਕਲ ਚੁੱਕਿਆ। ਠੀਕ ਆ, ਡਿੰਗੋਜ਼ ਨੇ ਕੰਟਰੀਬਿਊਟ ਕੀਤਾ ਡੈਵਿਲਸ ਦੀ ਡਿਮਾਈਸ ਨੂੰ। ਡਿਮਾਈਸ ਮਤਲਬ ਡੈਥ, ਮਤਲਬ ਡਿੰਗੋਜ਼ ਨੇ ਡੈਵਿਲਸ ਨੂੰ ਮਾਰ ਦਿੱਤਾ। ਜਿੱਥੇ ਡਿੰਗੋਜ਼ ਦੀ ਤੇ ਡੈਵਿਲਸ ਦੀ ਡੈਥ ਦੀ ਗੱਲ ਆ ਗਈ ਉੱਥੇ ਆਪਣਾ ਆਨਸਰ ਨਿਕਲ ਗਿਆ। ਆਪਾਂ ਵੇਖਣਾ ਵਾ ਕਿ ਡੈਵਿਲ ਜਿਹੜੇ ਆ ਉਹ ਪੈਸਟ ਨੂੰ ਕਰਦੇ ਕੰਟਰੋਲ ਕਿ ਨਹੀਂ ਕਰਦੇ। ਵੇਖੋ ਅੱਗੇ ਪੜ੍ਹਦੇ ਹਾਂ, ਇੱਥੇ ਆ ਗਿਆ ਇਟ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਮੇਨਟੇਨਿੰਗ ਬੁਸ਼ ਫਾਰਮ ਹਾਈਜੀਨ। ਕਹਿੰਦੇ ਬੁਸ਼ ਫਾਰਮ ਹਾਈਜੀਨ ਨੂੰ ਮੇਨਟੇਨ ਕਰਨ 'ਚ ਇੰਪੋਰਟੈਂਟ ਰੋਲ ਪਲੇ ਕਰਦੇ ਆ। preventing outbreaks of flies and other insects and curbing the rise of invasive species such as cats and foxes। ਹੁਣ ਧਿਆਨ ਦਿਓ, ਆਪਾਂ ਨੂੰ ਪਤਾ ਵਾ ਕਿ ਲੋਕੇਸ਼ਨ ਇਹੀ ਹੈ। ਆਪਾਂ ਵੇਖਣਾ ਵਾ ਕਿ ਆਪਣੇ ਕੋਲ ਕੋਈ ਸਾਰੇ ਵਰਡਸ ਹੈਗੇ ਆ। ਜਿਵੇਂ ਹੈਲਪ ਦੀ ਜਗ੍ਹਾ ਤੇ ਉਹਨੇ ਕਹਿਤਾ ਪਲੇਜ਼ ਐਨ ਇੰਪੋਰਟੈਂਟ ਰੋਲ। ਠੀਕ ਆ, ਲਿਮਿਟ ਦੀ ਜਗ੍ਹਾ ਤੇ ਉਹਨਾਂ ਨੇ ਕਹਿਤਾ ਕਰਬਿੰਗ ਦ ਰਾਈਜ਼। ਕਰਬਿੰਗ ਦ ਰਾਈਜ਼ ਮਤਲਬ ਰਾਈਜ਼ ਨੂੰ ਹਟਾ ਦੇਣਾ, ਘਟਾ ਦੇਣਾ। ਕਲੀਅਰ ਹੈ? ਕਰਬਿੰਗ ਦ ਰਾਈਜ਼, ਉਹਨੂੰ ਟੈਕਲ ਕਰ ਦੇਣਾ। ਤੇ ਨੌਨ ਨੇਟਿਵ ਪੈਸਟ ਹੈਗਾ ਆਪਣੇ ਕੋਲ, ਨੌਨ ਨੇਟਿਵ ਜਗ੍ਹਾ ਤੋਂ ਲਿਖਿਆ ਇਨਵੇਸਿਵ ਸਪੀਸ਼ੀਜ਼। ਤੇ ਆਪਣਾ ਆਨਸਰ ਕੀ ਹੁੰਦਾ ਵਾ, ਆਪਣਾ ਆਨਸਰ ਹੋ ਜਾਂਦਾ ਵਾ ਟਰੂ। ਕਲੀਅਰ ਹੈ? ਵੇਖੋ ਅਗਲਾ ਕੁਐਸਚਨ, ਡਿੰਗੋਜ਼ ਨੇ ਕੰਟਰੀਬਿਊਟ ਕੀਤਾ ਇਹਨਾਂ ਦੀ ਡਿਮਾਈਸ ਨੂੰ। ਤੁਸੀਂ ਬਸ ਇੰਨਾ ਵੇਖਣਾ ਵਾ ਕਿ ਉਹਨਾਂ ਨੇ ਡਿਮਾਈਸ ਦੇ ਵਿੱਚ ਕੰਟਰੀਬਿਊਟ ਕੀਤਾ ਕਿ ਨਹੀਂ ਕੀਤਾ। ਤੁਸੀਂ ਵਰਡਸ ਨਹੀਂ ਲੱਭਣੇ, ਤੁਸੀਂ ਬਸ ਇੰਨਾ ਵੇਖਣਾ, ਮਤਲਬ ਵੇਖਣਾ ਵਾ ਆਪਣਾ ਕਿ ਉਹਨਾਂ ਨੇ ਡਿਮਾਈਸ ਨੂੰ ਕੰਟਰੀਬਿਊਟ ਕੀਤਾ ਕਿ ਨਹੀਂ ਕੀਤਾ। ਕਲੀਅਰ ਹੈ? ਅਗਲਾ ਕੁਐਸਚਨ ਵੀ ਪੜੋ। ਜਿੱਥੇ 95% ਦੀ ਗੱਲ ਹੋ ਗਈ ਆਪਣਾ ਆਨਸਰ ਨਿਕਲ ਗਿਆ। ਤੇ ਆਪਾਂ ਵੇਖਦੇ ਪਏ ਆ ਕਿ ਕਿੱਥੇ ਗਿਆ, ਆ ਗਿਆ। ਆਪਾਂ ਵੇਖਦੇ ਪਏ ਕਿ 95 ਦੀ ਗੱਲ ਇੱਥੇ ਹੋ ਗਈ ਹੈ। ਸੋ ਮਤਲਬ ਆਪਣਾ ਡਿੰਗੋਜ਼ ਵਾਲਾ ਆਨਸਰ ਇਸ ਏਰੀਆ ਦੇ ਵਿੱਚ ਹੋਊਗਾ। ਕਲੀਅਰ ਹੈ? ਸੋ ਦੇਖੋ ਔਨ ਦ ਆਸਟ੍ਰੇਲੀਅਨ ਮੇਨਲੈਂਡ, ਦੇਖੋ ਇੱਥੇ ਵੀ ਆਸਟ੍ਰੇਲੀਅਨ ਮੇਨਲੈਂਡ ਦੀ ਗੱਲ ਕੀਤੀ। ਸੋ ਆਪਣਾ ਆਨਸਰ ਆ ਸਕਦਾ ਹੁਣ devils are believed to have gone extinct around 3000 years ago। devils 3000 years ਪਹਿਲਾਂ ਹੀ extinct ਹੋ ਗਏ। ਠੀਕ ਆ, as a result of increasing aridity as well as the proliferation of dingoes which preyed on them। ਉਹ ਕਹਿੰਦੇ devils 3000 ਸਾਲ ਪਹਿਲਾਂ extinct ਹੋ ਗਏ
ਡਿੰਗੋਜ਼ ਦੇ ਕਰਕੇ ਜੋ ਕਿ ਉਹਨਾਂ ਦਾ ਸ਼ਿਕਾਰ ਕਰਦੇ ਸੀ। ਤੇ ਆਨਸਰ ਆਪਣਾ ਕੀ ਹੋ ਜਾਊਗਾ? ਟਰੂ ਹੋ ਜਾਊਗਾ। 95% of Tasmania has no devils। ਕਹਿੰਦੇ 95% of Tasmania ਦੇ ਵਿੱਚ ਕੋਈ ਡੈਵਲਸ ਨਹੀਂ ਹੈਗੇ। ਆਪਾਂ ਵੇਖਣਾ ਵਾ ਕਿ ਕੀ ਹਿਸਾਬ ਤਾਂ ਬੰਦਾ, ਮਤਲਬ ਕਿ 95% of Tasmania ਜੇ ਡੈਵਲਸ ਨਹੀਂ ਹੈਗੇ ਆਨਸਰ ਟਰੂ ਆ, ਜੇ ਡੈਵਲਸ ਹੈਗੇ ਆ ਆਨਸਰ ਫਾਲਸ ਆ। ਤੇ ਦੱਸਿਆ ਹੀ ਨਹੀਂ ਆ ਕਿ 95% ਟਾਸਮੇਨੀਆ 'ਚ ਹੈਗੇ ਕਿ ਨਹੀਂ ਹੈਗੇ, ਤੇ ਆਨਸਰ ਆ ਨਾਟ ਗਿਵਨ। ਆਪਾਂ ਇਹਦੇ ਉੱਤੇ ਫੋਕਸ ਕਰਨਾ ਵਾ, ਹੈਜ਼ ਉੱਤੇ। ਟਾਸਮੇਨੀਆ ਹੈਜ਼ ਨੋ ਡੈਵਲ। ਸੋ ਵੇਖਦੇ ਪੜ ਕੇ ਇੱਥੇ ਆਪਣਾ ਆਨਸਰ ਸਾਈਟਿੰਗਸ ਆਫ ਡੈਵਲ fell by 95% in some regions of Tasmania। ਕਹਿੰਦੇ ਜਿਹੜੀਆਂ ਡੈਵਲਸ ਦੀਆਂ ਸਾਈਟਿੰਗਸ ਆ ਉਹ 95% ਘਟ ਗਈਆਂ। ਹੁਣ ਟਾਸਮੇਨੀਆ ਵੀ ਹੈਗਾ ਵਾ 95% ਵੀ ਹੈਗਾ ਵਾ, ਪਰ ਆਪਣੇ ਕੋਲ ਇਹ ਹੈਗਾ ਵਾ ਕਿ ਉਹ ਹੈਗੀ ਉਹਨਾਂ ਦੇ ਵਿੱਚ ਡੈਵਲ ਹੈਗਾ ਕਿ ਨਹੀਂ ਹੈਗਾ। ਆਪਣੇ ਕੋਲ ਤੇ ਹੈਗਾ ਵਾ ਕਿ ਉਹ ਘਟ ਗਈਆਂ। ਕੁਐਸਚਨ ਵਾ ਕਿ ਟਾਸਮੇਨੀਆ 95% ਟਾਸਮੇਨੀਆ ਦੀ ਜ਼ਮੀਨ ਉੱਤੇ, ਉਹਦੇ ਲੈਂਡ ਉੱਤੇ, ਉਹਦੇ ਏਰੀਆ ਉੱਤੇ ਡੈਵਲਸ ਨਹੀਂ ਹੈਗੇ। ਇੱਥੇ ਆ ਕਿ ਉਹਦੀਆਂ ਸਾਈਟਿੰਗਸ 95% ਘਟ ਗਈਆਂ। ਤੇ ਆਪਣਾ ਆਨਸਰ ਕੀ ਹੋਊਗਾ? ਆਪਣਾ ਆਨਸਰ ਹੋਊਗਾ ਨਾਟ ਗਿਵਨ। ਇੱਥੇ ਪ੍ਰੋਬਲਮ ਆਉਂਦੀ ਜੇ ਜਾ ਕੇ। ਪ੍ਰੋਬਲਮ ਕਿਉਂ ਆਈ? ਕਿਉਂਕਿ ਟਾਸਮੇਨੀਆ ਵੀ ਆ ਗਿਆ, 95% ਵੀ ਆ ਗਿਆ। ਹੁਣ ਆਪਾਂ ਨਾ ਸਿਰਫ ਇੰਨਾ ਵੇਖ ਲੈਂਦੇ ਆ ਕਿ ਵੇਖੋ ਇਹ ਵੀ ਕਿਉਂਕਿ ਆਪਾਂ ਡੀਟੇਲਸ ਤੇ ਪੜ੍ਹਦੇ ਨਹੀਂ ਪਏ, ਆਪਾਂ ਵੇਖ ਲੈਂਦੇ ਆ ਕਿ ਮਾਈਂਡ ਵਿੱਚ ਚੱਲਦਾ ਆਪਣਾ ਕਿ ਇਹ ਵੀ ਬੁਰੀ ਗੱਲ ਆ, ਕੋਈ ਡੈਵਲ ਨਹੀਂਗਾ। ਇੱਥੇ ਵੀ ਲਿਖਿਆ ਡੈਵਲ ਘਟ ਗਏ, ਕੋਈ ਡੈਵਲ ਨਹੀਂਗਾ, ਡੈਵਲ ਘਟ ਗਏ। ਨਹੀਂ, ਦੋਨਾਂ 'ਚ ਫਰਕ ਵਾ। ਕਿਉਂਕਿ ਇੱਥੇ 95% ਜਿਹੜਾ ਨੰਬਰ ਵਾ ਉਹ ਟਾਸਮੇਨੀਆ ਦਾ ਨੰਬਰ ਵਾ, ਪਰ ਇੱਥੇ ਜਿਹੜਾ 95% ਨੰਬਰ ਵਾ ਉਹ ਡੈਵਲਸ ਦੀ ਸਾਈਟਿੰਗਸ ਦਾ ਨੰਬਰ ਵਾ। ਕਲੀਅਰ ਆ? ਮੈਂ ਸਮਝਾਣਾ ਧਿਆਨ ਨਾਲ ਵੇਖੋ। ਜੇ ਮੈਂ ਲਿਖਾਂ 95% ਪੀਪਲ ਲਾਈਕ ਕ੍ਰਿਕਟ, ਤੇ ਮੈਂ ਲਿਖਾਂ ਪੀਪਲ ਲਾਈਕ ਕ੍ਰਿਕਟ 95% ਆਫ ਦ ਟਾਈਮਸ, ਤੇ ਇੱਥੇ 95% ਪੀਪਲ ਦਾ ਨੰਬਰ ਹੈ, ਇੱਥੇ 95% ਕ੍ਰਿਕਟ ਦਾ ਨੰਬਰ ਹੈ। ਸੋ ਦੋਨੋਂ ਚੀਜ਼ਾਂ ਅਲੱਗ-ਅਲੱਗ ਹੋ ਗਈਆਂ। ਸੋ ਇਹੋ ਜਿਹੇ ਕੇਸ ਦੇ ਵਿੱਚ ਆਨਸਰ ਕੀ ਹੁੰਦਾ ਵਾ? ਨਾਟ ਗਿਵਨ ਹੁੰਦਾ। ਤੁਸੀਂ ਵੇਖਣਾ ਵਾ ਕਿ ਪਰਸੈਂਟੇਜ ਟਾਸਮੇਨੀਆ ਦੀ ਨਹੀਂ ਆ, ਪਰਸੈਂਟੇਜ ਕਿੰਦੀ ਹੈ? ਸਾਈਟਿੰਗਸ ਦੀ ਹੈ। ਆਨਸਰ ਇਸ ਕਰਕੇ ਨਾਟ ਗਿਵਨ। ਕਲੀਅਰ ਆ? ਲਾਸਟ ਵੇਖੋ, ਮੋਸਟ ਡੈਵਲਸ ਨਾਓ ਲਿਵ ਔਨ ਦ ਆਸਟ੍ਰੇਲੀਅਨ ਮੇਨਲੈਂਡ। ਜ਼ਿਆਦਾਤਰ ਜਿਹੜੇ ਡੈਵਲਸ ਵਾ ਉਹ ਆਸਟ੍ਰੇਲੀਅਨ ਮੇਨਲੈਂਡ ਤੇ ਰਹਿੰਦੇ। ਆਪਾਂ ਵੇਖਣਾ ਵਾ ਕਿ ਉਹ ਇੱਕ ਤੇ ਨਾਓ ਹੋਣਾ ਜ਼ਰੂਰੀ, ਇੱਕ ਆਪਾਂ ਵੇਖਣਾ ਕਿ ਉਹ ਆਸਟ੍ਰੇਲੀਅਨ ਮੇਨਲੈਂਡ ਤੇ ਰਹਿੰਦੇ ਆ ਕਿ ਨਹੀਂ ਰਹਿੰਦੇ। ਆਪਾਂ ਵੇਖਣਾ ਕਿੱਥੇ ਰਹਿੰਦੇ ਆ ਬੇਸਿਕਲੀ। ਜੇ ਉਹ ਆਸਟ੍ਰੇਲੀਅਨ ਮੇਨਲੈਂਡ ਤੇ ਰਹਿੰਦੇ ਆ ਤੇ ਆਨਸਰ ਕੀ ਹੋ ਗਿਆ? ਟਰੂ। ਜੇ ਉਹ ਕਿਸੇ ਹੋਰ ਜਗ੍ਹਾ ਤੇ ਰਹਿੰਦੇ ਆ ਆਨਸਰ ਹੋ ਗਿਆ ਫਾਲਸ। ਤੇ ਜੇ ਦੱਸਿਆ ਹੀ ਨਹੀਂ ਹੈ ਕਿੱਥੇ ਰਹਿੰਦੇ ਆ, ਆਨਸਰ ਕੀ ਹੋ ਗਿਆ? ਨਾਟ ਗਿਵਨ। ਸੋ ਪੜ੍ਹਦੇ ਦੇਖੋ, ਸੋ ਪੜ੍ਹਨਾ ਸ਼ੁਰੂ ਕਰਦੇ ਹਾਂ। ਸੋ ਧਿਆਨ ਦਿਓ, ਆਪਾਂ ਕਹਿੰਦੇ ਆ however captive breeding programs interventions both Tasmania and mainland Australia are helping to bolster numbers। ਨੰਬਰ ਵਧਾਏ ਜਾ ਰਹੇ ਆ। 35 zoos and organizations are participating in the program। ਕਹਿੰਦੇ 35 zoos participate ਕਰਦੇ ਪਏ ਆ। swapping their devils regularly in order to preserve their diversity। ਤੇ ਉਹ ਸਵਾਪ ਕਰ ਦਿੰਦੇ ਡੈਵਲਸ ਨੂੰ ਤਾਂ ਕਿ ਡਾਈਵਰਸਿਟੀ ਬਰਕਰਾਰ ਰੱਖੀ ਜਾ ਸਕੇ। ਹਲੇ ਤੱਕ ਲਿਵ ਦੀ ਗੱਲ ਤੇ ਨਹੀਂ ਆਈ। ਡੈਵਲ ਆਰਕ ਇਨ SW ਗਿਆ ਸਾਊਥ ਵੇਲਸ, ਠੀਕ ਆ। ਵੇ NSW ਹੁੰਦਾ ਨਿਊ ਸਾਊਥ ਵੇਲਸ। ਡੈਵਲਸ ਆਰਕ ਇਨ SW ਇਜ਼ ਸੱਚ ਆਰਗੇਨਾਈਜੇਸ਼ਨ। ਕਹਿੰਦੇ ਉਹ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਹੈਗੀ ਆ ਕਰੰਟਲੀ ਹੋਮ ਟੂ ਓਵਰ ਹਾਫ ਆਫ ਆਲ ਮੇਨਲੈਂਡ ਡੈਵਲਸ। ਕਹਿੰਦੇ ਆਰਗੇਨਾਈਜੇਸ਼ਨ ਹੈਗੀ ਆ ਕਰੰਟਲੀ ਹੋਮ ਟੂ ਹਾਫ ਆਫ ਆਲ ਓਵਰ ਮੇਨਲੈਂਡ ਡੈਵਲ with some captive born animals already rehomed in the forest। ਤੇ ਕੁਝ captive homes ਤੇ animals ਨੂੰ ਦੁਬਾਰਾ ਰੀਹੋਮ ਕਰਦੇ ਪਏ। ਤੇ ਕਿਤੇ ਵੀ ਗੱਲ ਆਈ ਹੈ ਕਿਤੇ ਹੁਣ ਜਿਹੜਾ ਵਾ ਉਹ ਲਿਵ ਕਰਦੇ ਪਏ ਆ ਆਸਟ੍ਰੇਲੀਆ ਦੇ ਵਿੱਚ, ਕਿਤੇ ਕੋਈ ਗੱਲ ਨਹੀਂ ਆਈ ਜਾਂਦੀ, ਤੇ ਆਨਸਰ ਕੀ ਹੋ ਜਾਊਗਾ? ਨਾਟ ਗਿਵਨ ਹੋ ਜਾਊਗਾ। ਕਲੀਅਰ?